बिस्मिल्लाहिर्रहमानिर्रहीम। या वदूद वसल्लि अला सय्यिदिना मुहम्मदिन व आलिहि व सहाबिहि इन्नका रहीमुन वदूद। अस्सलामु अलैकुम व रहमतुल्लाहि व बरकातुह। मैं तुहाडे सामने किस्सा सोहनी महिवाल पेश कर रहा। ये किस्सा सोहनी महिवाल जिहड़ा है इहदे 8 पार्ट जिहड़े ने 8 हिस्से जिहड़े ने मैं तुहाडे सामने पेश कर चुकिया। अज मैं तुहाडे सामने सोहनी महिवाल दा जिहड़ा किस्सा है, जिहड़ी दास्तान है इश्क मुहब्बत ही, यदा अज मैं तुहाडे सामने 9वां हिस्सा पार्ट 9 पेश कर रहा। 18वीं सदी दे विच गुजरात दे विच अब्दुल्ला कमियार दे घर एक धी जमदी है ते वो धी बड़ी सोहनी हुंदी है। ਉਹਦੇ सोहने होने की वजह तो ਉਹਦਾ ਨਾਂ ਜਿਹੜਾ ਉਹ सोहनी रखिया जाता है। ਉਹ सोहनी ਜਦੋਂ जवान ਹੁੰਦੀ है तो ਉਹ जवानी ਦੇ ਵਿੱਚ हुसन जमाल ਦਾ एक पैकर बन ਜਾਂਦੀ है। तो ਉਹ ਆਪਣੇ बाप अब्दुल्ला कमियार ਦੇ ਨਾਲ ਉਹ ਵੀ ਪਾਂਡੇ ਬਣਾਉਂਦੀ है। तो सोहनी ਜਿਹੜੀ है ਉਹ बड़े दिल ਨੂੰ ਬਾਹ ਲੈਣ ਵਾਲੇ भांडे ਜਿਹੜੀ है ਉਹ ਬਣਾਉਂਦੀ है। तो अपने बाप ਦਾ पूरा उस ਕੰਮ 'ਚ ਸਾਥ ਦਿੰਦੀ ਹੈ ਤੇ ਉਹ ਜਿਹੜੀ ਵਿਕਰੀ ਕਰਦੀ ਹੈ ਤੇ ਉਹਦੇ ਵਿੱਚ ਉਹਨਾਂ ਦਾ ਘਰ ਦਾ ਜਿਹੜਾ ਉਹ ਕਾਰੋਬਾਰ ਜਿਹੜਾ ਉਸੇ ਕਾਰੋਬਾਰ ਦੇ ਨਾਲ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਰ ਬਸਰ ਹੁੰਦਾ। ਸੋਹਣੀ ਇੰਨੀ ਸੋਹਣੀ ਹੁੰਦੀ ਹੈ ਕਿ ਉਹਦੀ ਖੂਬਸੂਰਤੀ, ਉਹਦੇ ਸੋਹਣ ਦਾ, ਉਹਦੇ ਹੁਸਨ ਦਾ ਜਿਹੜਾ ਚਰਚਾ ਹੈ ਉਹ ਦੂਰ ਦੂਰ ਤੱਕ ਮਸ਼ਹੂਰ ਸੀ। ਸੋਹਣੀ ਦੇ ਪਿਓ ਅਬਦੁੱਲਾ ਕਮਿਆਰ ਦੀ ਦੁਕਾਨ ਜਿਹੜੀ ਹੈ ਉਹ राम प्यारी महल के कोल किनारे दरिया के किनारे वाक़िया सी। महिवाल दा असल नाम जिहड़ा वो इज्जत बेग सी। इज्जत बेग बुहारे दा रहने वाला सी ते इज्जत बेग दा बाप जिहड़ा मिर्जा सी वो बुहारे दा बड़ा वड्डा ताजर ते बड़ा मालदार बंदा सी। ਉਹਦੇ औलाद नहीं सी है तो ਉਹਨੂੰ ਕਿਸੇ ਨੇ ਦੱਸਿਆ ਕਿ ਇੱਥੇ ਇੱਕ ਅੱਲਾ ਦਾ ਬਰਗਜ਼ੀਦਾ ਬੰਦਾ, ਅੱਲਾ ਦਾ ਪਾਕ ਬੰਦਾ ਇੱਥੇ ਗਾਰ ਦੇ ਵਿੱਚ ਰਹਿੰਦਾ ਹੈ ਤੇ ਤੂੰ ਅਗਰ ਉਹਦੇ ਕੋਲ ਚੱਲੇ ਤੇ ਉਹ ਅਗਰ ਤੇਰੇ ਵਾਸਤੇ ਦੁਆ ਕਰੇ ਤੇ ਅੱਲਾ ਤਾਲਾ ਤੈਨੂੰ ਔਲਾਦ ਦੇ ਦੇਗਾ। ਉਸ ਬੰਦੇ ਦੀ ਗੱਲ ਮੰਨਦਾ ਹੈ ਤੇ ਉਸ ਬੰਦੇ ਦੇ ਨਾਲ ਗਾਰ ਦੇ ਵਿੱਚ ਉਸ ਅੱਲਾ ਦੇ ਬੰਦੇ ਉਸ ਫਕੀਰ ਕੋਲ ਹਾਜ਼ਰ ਹੁੰਦੇ ਨੇ ਤੇ ਉਹ ਪੁੱਛਦਾ ਕਿ ਤੁਸੀਂ ਕਿੱਧਰ ਮੇਰੇ ਕੋਲ ਇੱਥੇ ਗਾਰ ਦੇ ਵਿੱਚ ਆਏ ਹੋ, किस कम लिए आए हो, किस कार लिए आए हो। वो बिलती करते हैं, ਉਹਦੇ ਅੱਗੇ ਉਹਦਾ ਤਰਲਾ ਕਰਦੇ ਨੇ ਕਿ ਤੁਸੀਂ ਅੱਲਾ ਅੱਗੇ ਦੁਆ ਕਰੋ, ਮੈਂ ਬੇ ਔਲਾਦ ਹਾਂ ਤੇ ਅੱਲਾ ਮੈਨੂੰ ਔਲਾਦ ਦੇ ਦੇ। ਉਹ ਜਿਹੜਾ ਫਕੀਰ ਹੁੰਦਾ ਉਹ ਮਿਰਜ਼ੇ ਨੂੰ ਕਹਿੰਦਾ ਕਿ ਤੈਨੂੰ ਅੱਲਾ ਨੇ ਇੱਕ ਪੁੱਤਰ ਦੇਣਾ ਲੇਕਿਨ ਉਹਨੇ ਤੇਰੇ ਕੋਲ ਰਹਿਣਾ ਨਹੀਂ ਹੈ। ਜਦੋਂ ਉਹ ਜਵਾਨ ਹੋਏਗਾ ਤੇ ਉਹ ਤੇਰੇ ਤੋਂ ਦੂਰ ਚਲਾ ਜਾਏਗਾ। ਖੈਰ ਉਹ ਫਕੀਰ ਉਹਦੇ ਵਾਸਤੇ ਦੁਆ ਕਰਦਾ ਹੈ तो ये गल भुल जाता है जोड़ा मिर्जा होंगे बुहारे का, जी फकीर ने गल की सी कि जो जवान होएगा तो ये तेरे तो दूर चला जाएगा, तेरे को रहेगा नहीं। खैर वक्त आता है तो मिर्जे के घर पुत्र बड़ा सोहना पैदा होंगे जिदा नाम इज्जत बेग रखा जाता है। इज्जत बेग भी जो जवान होंगे तो अपने बाप के नाल काम कारोबार शुरू कर देता है। वो एक दिन अपने प्यो को कहता है कि मैं दिल्ली जाना चाहता तो उत्थे जाके मैं कुछ वेचागा तो कुछ खरीदागा तो मैं उत्थे कारोबार करना चाहना, मैं सैर करना चाहना। महिवाल का बाप जिहड़ा इज्जत बेग है वह बाप जिहड़ा वो प्यो जिहड़ा वो इज्जत बेग का बड़ी मुहब्बत करता है लेकिन वो अपने तो उन्होंने इज्जत बेग नूं दूर नहीं करना चाहता लेकिन वो इज्जत बेग ਦੀ ਖਾਤਰ ਉਹਦੀ ਖੁਸ਼ੀ ਵਾਸਤੇ ਮਿਰਜ਼ਾ ਜਿਹੜਾ ਬੁਹਾਰੇ ਦਾ ਉਹ ਇੱਜ਼ਤ ਬੇਗ ਨੂੰ ਇਜਾਜ਼ਤ ਦੇ ਦਿੰਦਾ ਹੈ। ਇੱਜ਼ਤ ਬੇਗ ਦਾ ਪਿਓ ਤੇ ਉਹਦੀ ਮਾਂ ਜਿਹੜੇ ਨੇ ਉਹ ਬੁਹਾਰੇ ਤੋਂ ਇੱਜ਼ਤ ਬੇਗ ਨੂੰ ਵਿਦਿਆ ਕਰ ਦਿੰਦੇ ਨੇ। ਇੱਜ਼ਤ ਬੇਗ ਜਿਹੜਾ ਉਹ ਦਿੱਲੀ ਪਹੁੰਚਦਾ ਹੈ, ਉੱਥੇ ਉਹ ਆਪਣਾ ਆਰਾਮ ਕਰਦਾ ਹੈ, ਉਸ ਤੋਂ ਬਾਅਦ ਸੈਰ ਕਰਦਾ, ਉੱਥੇ ਕਾਰੋਬਾਰ ਕਰਦਾ, ਤਿਜਾਰਤ ਕਰਦਾ। ਉਸ ਤੋਂ ਬਾਅਦ ਜਿਹੜਾ ਇੱਜ਼ਤ ਬੇਗ ਹੈ ਉਹ ਲਾਹੌਰ ਆਉਂਦਾ, ਲਾਹੌਰ ਦੀ ਸੈਰ ਕਰਦਾ ਤੇ ਉਹ ਲਾਹੌਰ ਫਿਰਦਾ ਟੁਰਦਾ। ਉਸ ਤੋਂ ਬਾਅਦ ਜਿਹੜਾ ਇੱਜ਼ਤ ਬੇਗ ਹੈ ਉਹ ਗੁਜਰਾਤ ਪਹੁੰਚਦਾ ਹੈ। ਜਦੋਂ ਇੱਜ਼ਤ ਬੇਗ ਗੁਜਰਾਤ ਪਹੁੰਚਦਾ ਹੈ ਤੇ ਇੱਕ ਰੋਜ਼ ਉੱਥੇ ਇੱਜ਼ਤ ਬੇਗ ਜਿਹੜਾ ਉਹ ਅਬਦੁੱਲਾ ਕਮਿਆਰ ਦੇ ਘਰ
ਭਾਂਡੇ ਖਰੀਦਣ ਲਈ ਜਾਂਦਾ ਹੈ। ਜਦੋਂ ਅਬਦੁੱਲਾ ਘਰ ਇੱਜ਼ਤ ਬੇਗ ਪਹੁੰਚਦਾ ਤੇ ਉੱਥੇ ਸੋਹਣੀ ਵੀ ਮੌਜੂਦ ਸੀ। ਜਦੋਂ ਇੱਜ਼ਤ ਬੇਗ ਦੀ ਨਜ਼ਰ ਸੋਹਣੀ ਤੇ ਪੈਂਦੀ ਏ ਤੇ ਸੋਹਣੀ ਦੀ ਨਜ਼ਰ ਇੱਜ਼ਤ ਬੇਗ ਤੇ ਪੈਂਦੀ ਏ ਤੇ ਦੋਏ ਇੱਕ ਦੂਸਰੇ 'ਚ ਗੁੰਮ ਹੋ ਜਾਂਦੇ ਨੇ। ਦੋਵਾਂ ਨੂੰ ਸਖਤਾ ਤਾਰੀ ਹੋ ਜਾਂਦਾ ਹੈ ਔਰ ਦੋਨੋਂ ਇੱਜ਼ਤ ਬੇਗ ਤੇ ਸੋਹਣੀ ਜਿਹੜੇ ਨੇ ਉਹ ਇੱਕ ਦੂਸਰੇ ਦੀ ਮੁਹੱਬਤ ਦੇ ਵਿੱਚ ਗ੍ਰਿਫਤਾਰ ਹੋ ਜਾਂਦੇ। ਇਹਦੇ ਬਾਅਦ ਇੱਜ਼ਤ ਬੇਗ ਜਿਹੜਾ ਉਹਦਾ ਰੋਜ਼ ਦਾ ਮਾਮੂਲ ਬਣ ਜਾਂਦਾ ਹੈ ਕਿ ਉਹ ਰੋਜ਼ ਅਬਦੁੱਲਾ ਕਮਿਆਰ ਦੇ ਘਰ ਜਾਂਦਾ ਤੇ ਉੱਥੋਂ ਉਹ ਭਾਂਡੇ ਖਰੀਦਦਾ ਤੇ ਮਜ਼ੀਦ ਭਾਂਡਿਆਂ ਦੀ ਮੰਗ ਕਰਦਾ, ਮਜ਼ੀਦ ਉਹਨਾਂ ਨੂੰ ਭਾਂਡੇ ਦਾ ਆਰਡਰ ਕਰਦਾ। ਇਹ ਰੋਜ਼ ਅਗਲੇ ਦਿਨ ਫਿਰ ਇਸ ਤਰ੍ਹਾਂ ਕਰਦਾ। ਉਹ ਜਾਂਦਾ ਉੱਥੋਂ ਭਾਂਡੇ ਖਰੀਦਦਾ, ਨਾਲੇ ਉਹ ਸੋਹਣੀ ਦੇ ਦਰਸ਼ਨ ਦੀਦਾਰ ਕਰਦਾ। ਅਸਲ ਉਹਦਾ ਮਕਸਦ ਜਿਹੜਾ ਉਹ ਜ਼ਿੰਦਗੀ ਦਾ, ਉਹਦੀ ਹਯਾਤ ਦਾ, ਉਹਦੀ ਜ਼ਿੰਦਗੀ ਦਾ ਮਕਸਦ ਜਿਹੜਾ ਉਹ ਸਿਰਫ ਔਰ ਸਿਰਫ ਸੋਹਣੀ ਦੀ ਮੁਹੱਬਤ, ਸੋਹਣੀ ਦਾ ਦਰਸ਼ਨ ਔਰ ਦੀਦਾਰ ਰਹਿ ਜਾਂਦਾ। ਇਹਦੇ ਉਹਦੀ ਵਜ੍ਹਾ ਨਾਲ ਉਹ ਆਪਣੇ ਕਾਰੋਬਾਰ ਤੇ ਉਹਦਾ ਧਿਆਨ ਬਿਲਕੁਲ ਖਤਮ ਹੋ ਜਾਂਦਾ। ਉਹਦਾ ਕਾਰੋਬਾਰ ਜਿਹੜਾ ਉਹਦੀ ਵਜ੍ਹਾ ਨਾਲ ਬਿਲਕੁਲ ਖਤਮ ਹੋ ਜਾਂਦਾ। ਉਹਦੇ ਜਿਹੜੇ ਸਾਥੀ ਹੁੰਦੇ ਨੇ ਉਹ ਵਾਪਸ ਬੁਹਾਰਾ ਚਲੇ ਜਾਂਦੇ ਨੇ। ਇਹ ਬਿਲਕੁਲ ਕਲਾਸ਼ ਹੋ ਜਾਂਦਾ, ਇਹ ਭੁੱਖਾ ਹੋ ਜਾਂਦਾ। ਇਹ ਬੁਹਾਰਾ ਵਾਪਸ ਜਾਣ ਦੀ ਬੜੀ ਦੂਰ ਦੀ ਗੱਲ ਹੈ। ਇਹ ਬੁਹਾਰਾ ਵਾਪਸ ਜਾਣ ਦੇ ਬਾਰੇ 'ਚ ਸੋਚ ਵੀ ਨਹੀਂ ਕਰ ਸਕਦਾ, ਉਹਦੇ ਬਾਰੇ 'ਚ ਵਿਚਾਰ ਵੀ ਨਹੀਂ ਕਰ ਸਕਦਾ, ਕਿਉਂਕਿ ਇਹ ਇੰਨਾ ਭੁੱਖਾ ਹੋ ਜਾਂਦਾ। ਇਹਦੀ ਹਾਲਤ ਇੰਨੀ ਪਤਲੀ ਹੋ ਜਾਂਦੀ ਹੈ ਕਿਉਂਕਿ ਇਹਦੇ ਕੋਲ ਬਿਲਕੁਲ ਕੋਈ ਧਰਮ ਨਹੀਂ ਰਹਿੰਦਾ, ਕੁਛ ਵੀ ਨਹੀਂ ਰਹਿੰਦਾ, ਨਾ ਇਹਦੇ ਸਾਥੀ ਰਹਿੰਦੇ, ਸਭ ਵਾਪਸ ਚਲੇ ਜਾਂਦੇ ਨੇ। ਇਹਦੀ ਹਾਲਤ ਇੰਨੀ ਪਤਲੀ ਹੋ ਜਾਂਦੀ ਹੈ ਕਿ ਇੱਕ ਦਿਨ ਅਬਦੁੱਲਾ ਕਮਿਆਰ ਦੇ ਘਰ ਚਲਾ ਜਾਂਦਾ। ਉਹਨੂੰ ਜਾ ਕੇ ਕਹਾਣੀ ਸੁਣਾਉਂਦਾ ਕਿ ਮੇਰੇ ਸਾਰੇ ਭਾਂਡੇ ਚੋਰੀ ਹੋ ਗਏ ਨੇ, ਮੇਰਾ ਮਾਲ ਹੈ, ਮੇਰੇ ਧਰਮ ਜਿਹੜੇ ਨੇ ਉਹ ਸਾਰੀ ਚੋਰੀ ਹੋ ਗਏ ਨੇ ਤੇ ਮੇਰੀ ਹਾਲਤ ਬਹੁਤ ਖਰਾਬ ਹੈ। ਲਿਹਾਜ਼ਾ ਤੁਸੀਂ ਮੈਨੂੰ ਆਪਣੇ ਕੋਲ ਕਾਮਾ ਰੱਖ ਲਓ। ਤੁਸੀਂ ਮੈਨੂੰ ਕੋਈ ਵੀ ਕੰਮ ਕਹੋਗੇ, ਜਿਹੜਾ ਵੀ ਤੁਸੀਂ ਮੈਨੂੰ ਕੰਮ ਕਹੋਗੇ ਮੈਂ ਉਹ ਤੁਹਾਡਾ ਕੰਮ ਕਰਾਂਗਾ। ਤੁਸੀਂ ਮੈਨੂੰ ਬੇਸ਼ੱਕ ਕੂੜਾ ਸੁੱਟਣ ਲਈ ਵੀ ਕਹੋਗੇ ਤੇ ਮੈਂ ਤੁਹਾਡਾ ਇਹ ਵੀ ਕੰਮ ਕਰਾਂਗਾ। ਜਦੋਂ ਅਬਦੁੱਲਾ ਕਮਿਆਰ ਨੇ ਮਹੀਵਾਲ ਦੀ ਇੰਨੀ ਬੇਨਤੀ ਤੇ ਤਰਲੇ ਸੁਣੇ, ਅਬਦੁੱਲਾ ਕਮਿਆਰ ਨੂੰ ਵੀ ਬਾਹਰ ਤੇ ਅੰਦਰਲੇ ਕੰਮਕਾਰ ਵਾਸਤੇ ਕਾਮੇ ਦੀ ਲੋੜ ਸੀ ਤੇ ਉਹ ਇੱਜ਼ਤ ਬੇਗ ਦੀ ਜਿਹੜੀ ਬਿਲਤੀ ਹੈ ਉਹਨੂੰ ਮੰਨ ਲੈਂਦਾ ਤੇ ਉਹਨੂੰ ਆਪਣਾ ਕਾਮਾ ਰੱਖ ਲੈਂਦਾ ਤੇ ਇੱਜ਼ਤ ਬੇਗ ਵੀ ਸੋਹਣੀ ਦੇ ਘਰ ਦੇ ਕੋਲ ਹੀ ਰਹਿਣਾ ਵਸਣਾ ਸ਼ੁਰੂ ਕਰ ਦਿੰਦਾ। ਸੋਹਣੀ ਦਾ ਬਾਪ ਅਬਦੁੱਲਾ ਕਮਿਆਰ ਜਿਹੜਾ ਉਹ ਇੱਜ਼ਤ ਬੇਗ ਦੀ ਡਿਊਟੀ ਜਿਹੜੀ ਹੈ ਉਹ ਮੱਝੀਆਂ ਚਾਰਨ ਤੇ ਲਾ ਦਿੰਦਾ, ਡੰਗਰਾਂ ਨੂੰ ਸੰਭਾਲਣ ਤੇ ਲਾ ਦਿੰਦਾ। ਉਸ ਇਲਾਕੇ ਦੇ ਵਿੱਚ, ਉਸ ਦੌਰ ਦੇ ਵਿੱਚ ਜਿਹੜਾ ਬੰਦਾ ਮੱਝੀਆਂ ਚਾਰਦਾ ਸੀ ਉਹਨੂੰ ਲੋਕ ਮਹੀਵਾਲ ਕਹਿੰਦੇ ਸਨ। ਇਸ ਗੱਲ ਨੂੰ ਲੋਕ ਭੁੱਲ ਗਏ ਕਿ ਇਹ ਜਿਹੜਾ ਇਹਦਾ ਨਾਂ ਇੱਜ਼ਤ ਬੇਗ ਹੈ, ਇਹ ਬੁਹਾਰੇ ਦਾ ਇੱਕ ਬੜਾ ਵੱਡਾ ਤਾਜਰ ਹੈ। ਲੋਕ ਇਸ ਗੱਲ ਨੂੰ ਬਿਲਕੁਲ ਭੁੱਲ ਗਏ ਤੇ ਜਿਹੜਾ ਇੱਜ਼ਤ ਬੇਗ ਹੈ ਉਹ ਮਹੀਵਾਲ ਦੇ ਨਾਂ ਤੋਂ ਮਸ਼ਹੂਰ ਹੋ ਜਾਂਦਾ ਔਰ ਰੋਜ਼ ਮਹੀਆਂ ਚਾਰਦਾ, ਸੋਹਣੀ ਨੂੰ ਮਿਲਦਾ ਔਰ ਰੋਜ਼ ਦਰਸ਼ਨ ਦੀਦਾਰ ਕਰਦਾ ਤੇ ਉਹਨਾਂ ਦੀ ਜਿਹੜਾ ਇਸ਼ਕ ਔਰ ਉਹਨਾਂ ਦੀ ਮੁਹੱਬਤ ਜਿਹੜੀ ਹੈ ਉਹ ਦਿਨ ਬ ਦਿਨ ਵੱਧਦੀ ਜਾਂਦੀ ਹੈ। ਉਹਨਾਂ ਦੀ ਇਸ਼ਕ ਔਰ ਮੁਹੱਬਤ ਜਿਹੜਾ ਉਹ ਇਹਦੀ ਜਿਹੜੀ ਮਸ਼ਹੂਰੀ ਹੈ ਉਹ ਦੂਰ ਦੂਰ ਤੱਕ ਹੋ ਜਾਂਦੀ ਹੈ। ਜਦੋਂ ਮਹੀਵਾਲ ਤੇ ਸੋਹਣੀ ਦੀ ਮੁਹੱਬਤ ਦੀ ਮਸ਼ਹੂਰੀ ਜਿਹੜੀ ਹੈ ਉਹ ਦੂਰ ਦੂਰ ਤੱਕ ਹੋ ਜਾਂਦੀ ਹੈ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸੋਹਣੀ ਦੇ ਬਾਪ ਨੂੰ ਤੇ ਸੋਹਣੀ ਦੀ ਮਾਂ ਨੂੰ ਇਸ ਗੱਲ ਦੀ ਖਬਰ ਨਾ ਲੱਗੇ। ਸੋਹਣੀ ਦੇ ਬਾਪ ਨੂੰ ਵੀ ਪਤਾ ਲੱਗ ਜਾਂਦਾ ਹੈ, ਸੋਹਣੀ ਦੀ ਮਾਂ ਨੂੰ ਵੀ ਪਤਾ ਲੱਗ ਜਾਂਦਾ ਹੈ। ਜਿਹੜਾ ਸੋਹਣੀ ਦਾ ਬਾਪ ਹੈ ਉਹ ਸਭ ਤੋਂ ਪਹਿਲੇ ਮਹੀਵਾਲ ਨੂੰ ਕਾਮੇ ਦਾ ਕਾਮਾ ਤੋਂ ਫਾਰਗ ਕਰ ਦਿੰਦਾ। ਉਸ ਤੋਂ ਬਾਅਦ ਫੌਰੀ ਤੌਰ ਤੇ ਦਰਿਆ ਦੇ ਦੂਸਰੇ ਕਿਨਾਰੇ ਆਪਣੇ ਹੀ ਇੱਕ ਕਮਿਆਰ ਖਾਨਦਾਨ ਦੇ ਵਿੱਚ ਸੋਹਣੀ ਦਾ ਰਿਸ਼ਤਾ ਕਰਦਾ ਤੇ ਉਹਦਾ ਵਿਆਹ ਕਰ ਦਿੰਦਾ ਔਰ ਦਿਨਾਂ ਦੇ ਵਿੱਚ ਹੀ ਸੋਹਣੀ ਨੂੰ ਉਹ ਵਿਦਿਆ ਕਰ ਦਿੰਦੇ ਨੇ। ਹੁਣ ਸੋਹਣੀ ਦਾ ਵਿਆਹ ਹੋ ਗਿਆ ਤੇ ਸੋਹਣੀ ਵਿਆਹ ਕੇ ਦਰਿਆ ਦੇ ਦੂਸਰੇ ਕਿਨਾਰੇ ਚਲੀ ਜਾਂਦੀ ਹੈ। ਹੁਣ ਸੋਹਣੀ ਜਿਹੜੀ ਹੈ ਉਹ ਵਿਆਹ ਕੇ ਦੂਸਰੇ ਕਿਨਾਰੇ ਚਲੀ ਜਾਂਦੀ ਹੈ ਤੇ ਮਹੀਵਾਲ ਜਿਹੜਾ ਉਹ ਇਸ ਕਿਨਾਰੇ ਤੇ ਰਹਿ ਜਾਂਦਾ। ਸੋਹਣੀ ਜਿਹੜੀ ਹੈ ਉਹ ਆਪਣੀ ਮੁਹੱਬਤ ਦੀ ਤਸਕੀਰ ਵਾਸਤੇ ਇੱਕ ਤਰੀਕਾ ਯਾਦ ਕਰਦੀ ਹੈ, ਕਿਉਂਕਿ ਮਹੀਵਾਲ ਨੂੰ ਮਿਲਣ ਵਾਸਤੇ ਉਹਨੂੰ ਦਰਿਆ ਅਬੂਰ ਕਰਨਾ ਪੈਂਦਾ, ਦਰਿਆ ਪਾਰ ਕਰਨਾ ਪੈਂਦਾ ਤੇ ਉਹ ਤੈਰਨਾ ਨਹੀਂ ਸੀ ਜਾਣਦੀ, ਉਹ ਤਾਰੀ ਨਹੀਂ ਸੀ ਜਾਣਦੀ।
ਲੇਕਿਨ ਉਹ ਜ਼ਰੂਫ ਬਣਾਉਣ ਦਾ, ਭਾਂਡੇ ਬਣਾਉਣ ਦਾ ਵੱਲ ਤੇ ਫਨ ਬੜਾ ਸੋਹਣਾ ਜਾਣਦੀ ਸੀ। ਔਰ ਦਿਲ ਨੂੰ ਉਹ ਭਾਣ ਵਾਲੇ ਬੜੇ ਸੋਹਣੇ ਭਾਂਡੇ ਜਿਹੜੇ ਨੇ ਉਹ ਸੋਹਣੀ ਬਣਾਉਂਦੀ ਸੀ। ਉਹ ਕੀ ਕਰਦੀ ਏ ਕਿ ਮਹੀਵਾਲ ਨੂੰ ਮਿਲਣ ਵਾਸਤੇ, ਦਰਿਆ ਪਾਰ ਕਰਨ ਵਾਸਤੇ ਇੱਕ ਘੜਾ ਤਿਆਰ ਕਰਦੀ ਏ, ਤੇ ਘੜਾ ਜਿਹੜਾ ਉਹ ਦਰਿਆ ਦੇ ਕੋਲ ਕੱਖਾਂ 'ਚ ਤੇ ਬੂਟੀਆਂ ਦੇ ਵਿੱਚ ਲੁਕਾ ਦਿੰਦੀ ਹੈ। ਔਰ ਰੋਜ਼ ਰਾਤ ਨੂੰ ਸੋਹਣੀ ਉੱਥੋਂ ਬੂਟੀਆਂ 'ਚੋਂ ਕੱਖਾਂ 'ਚੋਂ ਘੜਾ ਕੱਢਦੀ ਏ ਤੇ ਦਰਿਆ ਪਾਰ ਕਰਦੀ ਏ, ਤੇ ਦਰਿਆ ਪਾਰ ਕਰਕੇ ਤੇ ਮਹੀਵਾਲ ਨੂੰ ਮਿਲਦੀ ਏ। ਉੱਥੇ ਸੋਹਣੀ ਤੇ ਮਹੀਵਾਲ ਜਿਹੜੇ ਨੇ ਇੱਕ ਦੂਸਰੇ 'ਚ ਦੀ ਮੁਹੱਬਤ ਦੇ ਵਿੱਚ ਸਾਰੀ ਰਾਤ ਖੋਏ ਰਹਿੰਦੇ ਨੇ। ਜਦੋਂ ਸੁਬਾਹ ਸਫੇਦੀ ਹੋਣ ਤੋਂ ਪਹਿਲੇ ਪਹਿਲੇ ਸੋਹਣੀ ਜਿਹੜੀ ਹੈ ਉਹ ਵਾਪਸ ਪਰਤ ਕੇ ਆਪਣੇ ਘਰ ਆ ਜਾਂਦੀ ਹੈ। ਇਹ ਵੀ ਸਿਲਸਿਲਾ ਆਖਰ ਕਿੰਨੀ ਕੁ ਦੇਰ ਚੱਲਣਾ ਸੀ। ਇੱਕ ਦਿਨ ਸੋਹਣੀ ਜਿਹੜੀ ਹੈ ਉਹ ਮਹੀਵਾਲ ਨੂੰ ਮਿਲਣ ਵਾਸਤੇ ਘਰੋਂ ਨਿਕਲਣ ਲੱਗਦੀ ਹੈ, ਤੇ ਸੋਹਣੀ ਦੀ ਨੱਦ ਦੀ ਅੱਖ ਖੁੱਲ ਜਾਂਦੀ ਹੈ। ਜਦੋਂ ਸੋਹਣੀ ਦੀ ਨੱਦ ਦੀ ਅੱਖ ਖੁੱਲ ਜਾਂਦੀ ਹੈ, ਤੇ ਸੋਹਣੀ ਦੀ ਨੱਦ ਜਿਹੜੀ ਹੈ ਉਹ ਸੋਹਣੀ ਦਾ ਪਿੱਛਾ ਕਰਦੀ ਹੈ। ਉਹ ਦੇਖਦੀ ਹੈ ਕਿ ਸੋਹਣੀ ਜਿਹੜੀ ਉਹ ਬੂਟੀਆਂ 'ਚੋਂ ਕੜਾ ਕੱਢਦੀ ਹੈ, ਤੇ ਉਸ ਕੜ ਦੀ ਮੱਤਾ ਦਰਿਆ ਪੂਰ ਕਰਦੀ ਹੈ, ਔਰ ਬੜੇ ਗੁੱਸੇ ਨਾਲ ਜਿਹੜੀ ਹੈ ਉਹ ਸੋਹਣੀ ਦੀ ਨੱਦ ਵਾਪਸ ਆ ਜਾਂਦੀ ਹੈ। ਵਾਪਸ ਆ ਕੇ ਤੇ ਉਹਦੇ ਖਿਲਾਫ ਇੱਕ ਬੜੀ ਖਤਰਨਾਕ ਕਿਸਮ ਦੀ ਜਾਨਲੇਵਾ ਸਾਜ਼ਿਸ਼ ਰਚਦੀ ਹੈ, ਕਿਉਂਕਿ ਉਹ ਵੀ ਇੱਕ ਘੁਮਿਆਰ ਖਾਨਦਾਨ ਦੀ, ਘੁਮਿਆਰ ਟੱਬਰ ਦੀ ਧੀ ਸੀ ਜਿਹੜੀ ਸੋਹਣੀ ਦੀ ਨੱਦ ਸੀ। ਉਹ ਵੀ ਭਾਂਡੇ ਜ਼ਰੂਫ ਬਣਾਉਣ ਦਾ ਵੱਲ ਤੇ ਫਨ ਬੜੀ ਚੰਗੀ ਤਰ੍ਹਾਂ ਜਾਣਦੀ ਸੀ। ਉਹ ਹੂਬਹੂ ਉਸ ਤਰ੍ਹਾਂ ਦਾ ਕੱਚੀ ਮਿੱਟੀ ਦਾ ਇੱਕ ਘੜਾ ਤਿਆਰ ਕਰਦੀ ਏ, ਤੇ ਉਹ ਜਿਹੜਾ ਬੂਟੀ 'ਚ ਘੜਾ ਹੋਇਆ ਰੱਖਿਆ ਹੁੰਦਾ ਉਹਦੇ ਨਾਲ ਵਟਾ ਦਿੰਦੀ ਏ। ਉੱਥੋਂ ਪੱਕਾ ਘੜਾ ਚੁੱਕ ਲੈਂਦੀ ਏ, ਤੇ ਉਹਦੀ ਜਗ੍ਹਾ ਦੇ ਉੱਤੇ ਕੱਚਾ ਘੜਾ ਰੱਖ ਦਿੰਦੀ ਏ। ਇਸ ਗੱਲ ਦਾ ਸੋਹਣੀ ਨੂੰ ਬਿਲਕੁਲ ਕੋਈ ਖਬਰ ਨਹੀਂ ਹੁੰਦੀ, ਕਿਉਂਕਿ ਸੋਹਣੀ ਇਸ਼ਕ ਤੇ ਮੁਹੱਬਤ ਦੇ ਵਿੱਚ ਇੰਨੀ ਕੁ ਮਸਤ ਸੀ, ਇੰਨੀ ਕੁ ਗਰਕ ਸੀ ਕਿ ਇਹਨੂੰ ਇਹਦੀ ਇਸ ਚੀਜ਼ ਦੀ ਖਬਰ ਹੀ ਨਹੀਂ ਲੱਗਦੀ। ਇਸ ਤਰ੍ਹਾਂ ਹੀ ਸੋਹਣੀ ਜਿਹੜੀ ਹੈ ਉਹ ਰਾਤ ਨੂੰ ਉੱਠ ਕੇ ਮਹੀਵਾਲ ਨੂੰ ਮਿਲਣ ਜਾਂਦੀ ਹੈ, ਤੇ ਬੂਟੀ 'ਚੋਂ ਕੜਾ ਕੱਢਦੀ ਹੈ। ਉਸ ਰਾਤ ਬੜਾ ਆਂधी ਤੇ ਤੂਫਾਨ ਹੁੰਦਾ, ਬੜੀ ਬਾਰਿਸ਼ ਹੁੰਦੀ ਹੈ, ਹਵਾ ਵੀ ਬੜੀ ਹੁੰਦੀ ਹੈ। ਉਹਦੇ ਦਿਲ 'ਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਨੇ, ਲੇਕਿਨ ਉਹ ਅੱਗੇ ਨੂੰ ਹੀ ਕਦਮ ਰੱਖਦੀ ਹੈ, ਤੇ ਉਹ ਕੜਾ ਕੱਚਾ ਲੈ ਕੇ ਤੇ ਦਰਿਆ 'ਚ ਵੜ ਜਾਂਦੀ ਹੈ। ਜਦੋਂ ਕੜਾ ਲੈ ਕੇ ਦਰਿਆ 'ਚ ਵੜਦੀ ਏ, ਤੇ ਬਿਲਕੁਲ ਦਰਿਆ ਦੇ ਵਿਚਕਾਰ ਪਹੁੰਚਦੀ ਏ, ਤੇ ਉਹਦੇ ਕੱਚੇ ਘੜੇ ਦੀ ਮਿੱਟੀ ਖੁਰਨੀ ਸ਼ੁਰੂ ਹੋ ਜਾਂਦੀ ਹੈ। ਉਹ ਖੁਰਦੀ ਖੁਰਦੀ ਆਸਤਾ ਆਸਤਾ ਬਿਲਕੁਲ ਕੜਾ ਜਿਹੜਾ ਉਹ ਟੁੱਟ ਜਾਂਦਾ ਹੈ, ਔਰ ਉਹ ਦਰਿਆ ਦੇ ਵਿੱਚ ਕੜਾ ਜਿਹੜਾ ਉਹ ਖਿਲਰ ਜਾਂਦਾ। ਜਦੋਂ ਸੋਹਣੀ ਜਿਹੜੀ ਹੈ ਉਹ ਡੁੱਬਣ ਲੱਗਦੀ ਏ, ਤਾਂ ਉਹ ਬੇਅਖਤਿਆਰ ਮਹੀਵਾਲ ਨੂੰ ਵਾਜਾਂ ਮਾਰਦੀ ਏ, ਨਾਰੇ ਮਾਰਦੀ ਏ, ਚੀਕਾਂ ਮਾਰਦੀ ਏ। ਦੂਸਰੇ ਕਿਨਾਰੇ ਮਹੀਵਾਲ ਜਿਹੜਾ ਉਹ ਸੋਹਣੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਜਦੋਂ ਸੋਹਣੀ ਦੀ ਆਵਾਜ਼ ਉਹਦੇ ਕੰਨਾਂ 'ਚ ਪਹੁੰਚਦੀ ਏ, ਤੇ ਮਹੀਵਾਲ ਜਿਹੜਾ ਉਹ ਵੀ ਦਰਿਆ 'ਚ ਛਾਲ ਮਾਰ ਦਿੰਦਾ ਸੋਹਣੀ ਨੂੰ ਬਚਾਉਣ ਵਾਸਤੇ। ਲੇਕਿਨ ਸੋਹਣੀ ਤੇ ਮਹੀਵਾਲ ਦੋਨੋਂ ਦਰਿਆ 'ਚ ਡੁੱਬ ਜਾਂਦੇ ਨੇ। ਸੋਹਣੀ ਦੇ ਨਾਲ ਮਹੀਵਾਲ ਵੀ ਡੁੱਬ ਜਾਂਦਾ ਹੈ, ਤੇ ਮੁਹੱਬਤ ਕਰਨ ਵਾਲਾ ਜੋੜਾ ਦਰਿਆ ਦੀਆਂ ਡੁੰਘਾਈਆਂ ਵਿੱਚ ਡੁੱਬ ਕੇ ਆਸ਼ਕਾਂ ਦੀ ਪਕੀਜ਼ਾ ਮੁਹੱਬਤ ਤਰੀਕ ਦੇ ਸਫਾਤ ਦੇ ਵਿੱਚ ਹਮੇਸ਼ਾ ਲਈ ਅਮਰ ਕਰ ਜਾਂਦੇ ਨੇ। ਸੋਹਣੀ ਤੇ ਮਹੀਵਾਲ ਦਾ ਜਿਹੜਾ ਮਜ਼ਾਰ ਹੈ ਉਹ ਸਿੰਧ ਦਾ ਇੱਕ ਇਲਾਕਾ ਸ਼ਹਾਦਤਪੁਰ ਹੈ, ਉੱਥੇ ਵਾਕਿਆ ਹੈ, ਮੌਜੂਦ ਹੈ। ਸੋਹਣੀ ਦਾ ਜਿਹੜਾ ਮਜ਼ਾਰ ਹੈ ਉਹ ਮਾਈ ਸੋਹਣੀ ਦੇ ਇਲਾਕੇ 'ਚ ਸੋਹਣੀ ਦਾ ਮਜ਼ਾਰ ਹੈ, ਤੇ ਮਹੀਵਾਲ ਦਾ ਮਜ਼ਾਰ ਜਿਹੜਾ ਸ਼ਹਾਦਤਪੁਰ ਸ਼ਹਿਰ ਦੇ ਵਿੱਚ ਅਲੱਗਾ ਮੌਜੂਦ ਹੈ। ਸੋਹਣੀ ਦਾ ਜਿਹੜਾ ਮਜ਼ਾਰ ਹੈ ਉਹ ਅਲੱਗਾ ਹੈ, ਤੇ ਮਹੀਵਾਲ ਦਾ ਮਜ਼ਾਰ ਜਿਹੜਾ ਉਹ ਅਲੱਗਾ ਹੈ। ਮੈਂ ਤੁਹਾਡੇ ਸਾਹਮਣੇ ਜਿਹੜਾ ਕਿੱਸਾ ਪੇਸ਼ ਕਰ ਰਿਹਾ, ਇਹਦਾ ਲਿਖਾਰੀ ਜਿਹੜੇ ਨੇ ਖਾਲਕ ਨੇ ਉਹ ਹਜ਼ਰਤ ਫਜ਼ਲ ਸ਼ਾਹ ਸਾਹਿਬ ਰਹਿਮਤੁल्लाह ਤਾਲਾ ਅਲੈਹ ਨੇ। ਫਜ਼ਲ ਸ਼ਾਹ ਸਾਹਿਬ 19ਵੀਂ ਸਦੀ ਦੇ ਵਿੱਚ 1827 ਦੇ ਵਿੱਚ ਨਵਾਂ ਬਸਤੀ ਲਾਹੌਰ ਦੇ ਵਿੱਚ ਜੰਮੇ, ਤੇ ਉੱਥੇ ਹੀ 1890 'ਚ ਇਹਨਾਂ ਦਾ ਵਿਸਾਲ ਹੋਇਆ, ਤੇ ਮੁਲਤਾਨ ਰੋਡ 'ਤੇ ਇਹਨਾਂ ਦਾ ਮਜ਼ਾਰ ਹੈ। ਇਹਨਾਂ ਦੀਆਂ ਜਿਹੜੀਆਂ ਹੋਰ ਰਚਨਾਵਾਂ ਨੇ, ਹੀਰ ਰਾਂਝਾ ਹੈ, ਲੈਲਾ ਮਜਨੂ ਹੈ, ਸੱਸੀ ਪੁੰਨੂ ਹੈ, ਸੋਹਣੀ ਮਹੀਵਾਲ ਹੈ, ਸੀ ਹਰਫੀ ਹੈ, ਸ਼ਜਰਾ ਨਸਬ ਹੈ। ਇਹਨਾਂ ਨੇ ਬਹੁਤ ਕੁਛ ਲਿਖਿਆ ਹੈ, ਲੇਕਿਨ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਸ਼ਾਹਕਾਰ ਕਿੱਸਾ ਹੈ ਉਹ ਕਿੱਸਾ ਸੋਹਣੀ ਤੇ ਮਹੀਵਾਲ ਦਾ ਹੈ।
मैं तुहाडे सामने अज पार्ट 9 9वां हिस्सा जिहड़ा वो किस्सा सोहरी महीवाल का पेश कर रहा। पेश करन च अगर कोई भुल चुक हो जाए तो मैं उसकी पेशगी तुहाडे कोल माफ़ी चाहना। सोहनी जदों दरिया 'च छाल मारदी है तो वो बिल्कुल जिहड़ा है दरिया दी, क्योंकि तूफान बड़ा हुंदा है तो लहरां दे विच दरिया दी घुम्मण घेरियां दे विच फस जाती है। उत्थे फजल शाह साहब की लिखते ने, पानी चढ़ आया अपर कंढियां दे, पानी चढ़ आया अपर कंढियां दे, उस रात सी एड़ तूफान मियाँ, सुनी विच दरिया दे जा वड़ी, कम गेरी जमीन आसमान मियाँ। अंबर कड़क डरावदे रात वांगू देख सहम गई ओदी जान मियाँ, मुड़ मुड़ दे तसलियां जीत आई, बंदा यार नू मुख भगवान मियाँ, मुख मोड़ आशकां नू लाज लगे, महीवाल ते जान कुर्बान मियाँ। महीवाल है दो जहान अंदर, माल जान ते दीन ईमान मियाँ, वाली रूह दा हो उदास टुरिया, जली आई ए के वाह हजान मियाँ, ओढ़क भन मनासड़ा ठल पई, ओढ़क भन मनासड़ा ठल पई, कच्चे गड़े अते लाया तान मियाँ, जो कुछ लोहे महफूज ते लिखिया सी, सोई विया मिलसी अज आन मियाँ, करे जान हवालड़े यार दे जी, जिहड़ा यार सी विरद जुबान मियाँ, अज शाह उमीद दी टुट पैसी, होसी बाग वजूद वीरान मियाँ, फजल शाह यार नू मुख ना मोड़ियो सू, होई यार दे वल रवान मियाँ। सोहनी जदों गोते खांदी है उत्थे फजल शाह साहब लिखते हैं, वजी हाथ जनाऊ अंधेर चढ़ी, उस रात सी एडा उछाल होई, कच्चा घड़ा गदाज हो गया सारा, वाल भिज गई मंदे हाल हुई, गुम गेण चफेर अंधेर कीता, ना लहर कज़ा पामाल हुई, हुण आई के देख प्यारिया होए, जो कुछ मैं नमाणी दे नाल हुई, रब करे नसीब ना दोतियां दे, जो कुछ नाल मेरे महीवाल हुई, लख मौज सड़दी पई फौज मैनू, मैथू जर ना सुरत संभाल हुई, गया पाड़ जहाज उम्मीद वाला, मेरी जिंदगी ख्वाब ख्याल हुई, सरासर लाई बाजी तुत खेड बैठी, ओढ़क तन काने मेरी चाल हुई, जिड़ी सोहनी लई फकीर होयूं, छड़ी अजल दी नाल हलाल हुई, जिड़ी सोहनी लई फकीर होयूं, छुरी अजल दी नाल हलाल हुई, छुट्टा तीर तकदीर दा गैब वलू, मेरी जान उवे प्यारिया डाल होई, कई कक अवात जनाओ सड़दी, मेरे खान कारण खुशहाल होई, हाय हाय हाल मेरा तेनू कौन दसे, फरियाद मेरी वाल वाल होई, शाला मेरे मरे उस गड़ा वटेदड़ी दा, शाला मरे उस गड़ा वटेदड़ी दा, जेड़ी असां विछोड़ नहाल होई, मेरी रूह दे बाज परवाज कीता, हाली आशकां हथ दवाल होई, एक वार दीदार हुण आ देवो, तेरे मुख दी मुख कमाल होई, खुदी मौत दा आन गनीम लथा, शहर आशकां दे हड़ताल होई, मुड़ के रोज़ क्यामत मिलना ई, एहो बा साडरे नाल होई, रज कीतियां ना तेरे नाल गल्लां, रज कीतियां ना तेरे नाल गल्लां, सारी उमर दुख अंदर जाल होई, होया सुख नसीब ना ततड़ी नू, हथू तानिया जान वबाल होई, दिल दा खून अखी भर के रोनी आ मैं, मेरे हजुआ थी नदी लाल होई, चोरी मिलन आया अगे दोतिया तू, हुण बेलिया गल मुहाल होई, फजल यार दे प्यार नू कूकदी सी, सोहनी गोतियां नाल लडाल होई, हुण आ मिल प्यारिया वेलड़ाई, हुण आ मिल प्यारिया वेलड़ाई, लगी सांग विछोड़े दी तार मैनू, होसी जूनिया फेर ना मेल तेरा, जादी वक्त आदिया दीदार मैनू, लगा तीर फराग दा विच सीने, निकल पार गया अवासार मैनू, इजराइल वकील है आन खला, दिंदा लैन ना पलक करार मैनू, मुड़ मुड़ दे अथल पथल साइया, लिया जब अंधेरी ने मार मैनू, लाले घड़ा लथा किसे कहर दाई, खावे बिजली दा चमत्कार मैनू, मूसे वांग आई यार रात काली, दुंदो कार ते अमर
गबार मैनू मेरी जान अजाब दे मुख आई। मौला समझ लिता गुनाहगार मैनू, लै यार लबा उत्ते जान आई। लै यार लबा उत्ते जान आई, हुण दीद तां दे एक वार मैनू, बाज अजल दे तेज़ तराज हुनी, किता विच पलकार शिकार मैनू, लब्बे वैण पई आ तेरी सोहनी होए, हुण आ लंघा हाँ पार मैनू, मच कच कम्मे तनवे भलाना भी, आखे खान हज़ार संसार मैनू, ਇਹੋ ਲੇਖ ਮੇਰੇ ਮੱਥੇ ਲਿਖਿਆ ਸੀ ਜਿਹੜਾ ਅੱਜ ਹੋਇਆ ਇਜ਼ਹਾਰ ਮੈਨੂੰ। ਇਹੋ ਲੇਖ ਮੇਰੇ ਮੱਥੇ ਲਿਖਿਆ ਸੀ ਜਿਹੜਾ ਅੱਜ ਹੋਇਆ ਇਜ਼ਹਾਰ ਮੈਨੂੰ। ਮੇਰੀ ਜਾਨ ਤਰਸੇਂਦੜੀ ਲੈ ਤਰਲੇ, ਮੇਰੀ ਜਾਨ ਤਰਸੇਂਦੜੀ ਲੈ ਤਰਲੇ, ਮਿਲ ਜਾ ਆਓ ਪਿਆਰਿਆ यार मैनू, लख कूक अरशू लंघ पार गईयां, दिती दात ना रब कहार मैनू, तत्ती रज ना देखिया मुख तेरा, आन बनी ओ यार लाचार मैनू, मेरे कर्म सवलड़े धुरू नाही, दिती बाग नसीब ने हार मैनू, आप आई के मुख वखा सोना, मरदी वार ता शुक्र गजार मैनू, मोई होई वही भी पई पुकार सागी, किकर भल वेसी तेरा प्यार मैनू, पई धाड़ अज गैब दी ताड़ के ते, पई धाड़ अज गैब दी ताड़ के ते, राहू लुटियाई मेरे यार मैनू, फजल यार प्यारिया ला छाती, गमहार मेरे दिलदार मैनू, किसनू आन डुडेसे विच नैना दे, वंजी हथ पानी जल थल होसी, ਕਿਹੜਾ ਦੇ ਦਲਾਸੜਾ ਤੁਧ ਤਾਈ, ਕਿਸ ਨਾਲ ਸਾਈਆਂ ਤੇਰੀ ਗੱਲ ਹੋਸੀ, ਜਦੋਂ ਸੋਹਣੀ ਦਾ ਕੋਈ ਨਾ ਮਿਲੇ ਸੀ, ਤੇਰੇ ਕਾਲ ਦੇ ਵਿੱਚ ਸੱਲ ਹੋਸੀ, ਮੌਲਾ ਜਾਣਦਾ ਹੈ ਸੁੱਜੀ ਜਾਨ ਮੇਰੀ, ਮੌਲਾ ਜਾਣਦਾ ਹੈ ਸੁੱਜੀ ਜਾਨ ਮੇਰੀ, ਤੇਰਾ ਨਾਮ ਲੈਂਦੀ ਕਿਹੜੇ ਵੱਲ ਹੋਸੀ, ਮੌਲਾ ਜਾਣਦਾ ਹੈ ਸੁੱਜੀ ਜਾਨ ਮੇਰੀ, ਤੇਰਾ ਨਾਮ ਲੈਂਦੀ ਕਿਹੜੇ ਵੱਲ ਹੋਸੀ, ਜਿਹੜਾ ਬੋਟੜਾ ਆਸ ਉਮੀਦ ਵਾਲਾ ਸੋਈ प्यारिया ओ भी बाज फल होसी, तेरे गे दी पर कमला सारे, कल वेह लई सकी वल होसी, कल वेह लई सुकी वल होसी, जदू सदेगा हाल साडरे नू, कोयला जीव तेरा जल बल होसी, फजल शाह जे आ फगां करे सी, तदू अर्श अजीम नू हल होसी, सोहनी कूकदी बेलिया बेलिया है, दस कौन दर्दी एडे हैण तेरे, एक साहा आहा तेरा नाल मेरे, इते होर नाही साक सैन तेरे, पिछा दूर रहा तेरे सजना हो, हुण कोल नाही भाई भैण तेरे, फिर से कन्या ते ढावा ढोला भौंदा, कोई ना सुरसी सुझे वैण तेरे, जदू दर्द फराक दी धाड़ पैसी, केड़ वल वेसन सुख चैन तेरे, फजल नाल शाला जग तीक जीवे, खुशी नाल गुजर दिन रहन तेरे, मर चुकिया जान है न कुत्ते, मर चुकिया जान है न कुत्ते, मैथे आवी बेलिया वास्ताई, मेरा आखिरी वक्त विसाल होया, गल लाई बेलिया वास्ताई, रे नथ चमांदड़ा विच सीने, तेरा गाओ बेलिया वास्ताई, फौज दर्द फराग दे सवाल वाली, फौज दर्द फराग दे सूल वाली, पई दा आवी बेलिया वास्ताई, रू रूब अंदर तेरा नाम आली, रचिया जा आवी बेलिया वास्ताई, मथे फजल दी मोड़ मुहार साइया, फेरा पा ओए बेलिया वास्ताई, मलकल मौत आया जिद लैण कारण, मलकल मौत आया जिद लैण कारण, मेरे पास अभी प्यारिया वेलड़ाई, जेकर पहुँचनाई मैथी पहुँच साइया, तेरी आस अवी प्यारिया वेलड़ाई, तेरी आस ओई प्यारिया वेलड़ाई, मच्छी यूरस वाली आन पहुंची, खान मास अवी प्यारिया वेलड़ाई, तेनू खली उडीक दी राह उत्ते, कोई सास अवी प्यारिया वेलड़ाई, कानू पार जनाऊ थी पार की तू, सुंजा वास ओई प्यारा वेलड़ाई, जल्दी जान मेरी जल्दी पहुँच फजलू, जल्दी पास आई प्यारिया वेलड़ाई, जल्दी जान मेरी जल्दी पहुँच फजलू, जल्दी पास आवी प्यारिया वेलड़ाई, मुड़ मुड़ सोहनी पई पुकार दी सी, मिल जा आवे सजना वेलड़ाई, औखे वक्त आदिया दार मैनू, औखे वक्त आदिया दार मैनू, तेरी चाह ओए सजना वेलड़ाई, सुंजी रूह ने
कल जंजाल सट्टे गलू ला अवी सजना वेलड़ाई लहर कहर दे नाल कहार वलू प्याओ आवी सजना वेलड़ाई तेरी सोड़ी हो नडाल पईया लम्बे राह आई सजना वेलड़ाई सुन के मलकल मौत हैरान होया मेरी आवी सजना वेलड़ाई मैनू कसम तेरी लिया रोक पानी मेरा सा आवी सजना वेलड़ाई मरदी वार ਵੇਖਾਂ ਨਮਾਨਿਆਂ ਨੂੰ ਮੁੱਖ ਮਾਹ ਅਵੀ ਸਜਣਾ ਵੇਲੜਾਈ ਜਿਹੜਾ ਕੰਡੜੇ ਤੇ ਬੂਟਾ ਜਾਣਦਾ ਸੀ ਲੱਗੀ ਡਾ ਆਵੀ ਸਜਣਾ ਵੇਲੜਾਈ ਮੁਰ ਰੂਹ ਦਾ ਮੀਰ ਸ਼ਿਕਾਰ ਹੋਣੀ ਲਿਆ ਫਾ ਓ ਈ ਸਜਣਾ ਵੇਲੜਾਈ ਮੈਨੂੰ ਵਸਲ ਦੀਦਾਰ ਦੇ ਬਾਜ ਕੋਈ ਨਾ ਹੀ ਚਾ ਆਈ ਸਜਣਾ ਵੇਲੜਾਈ ਤੇਰੇ ਫਜ਼ਲ ਤੇ ਬਾਜ ਨਾ ਹੋਰ ਮੇਰਾ ਦਰਦ ਖਾ ਓਈ ਸਜਣਾ ਵੇਲੜਾਈ ਅੱਲਾ ਬੇਲੀਆ ਸਾਡੜੇ ਕੂਚ ਡੇਰੇ ਅੱਲਾ ਬੇਲੀਆ ਸਾਡੜੇ ਕੂਚ ਡੇਰੇ ਮਿਲ ਜਾਣਾ ਅਹਿਲ ਸਹੇਲੀਓ ਦੀ ਦਰੋਹੀ ਰੱਬ ਦੇ ਜੇ ਇੱਕ ਵਾਰ ਮਿਥੇ ਫੇਰਾ ਪਾਉਣਾ ਅਹਿਲ ਸਹੇਲੀਓ ਦੀ ਸੁਣ ਯਾਰ ਦੇ ਵਸ ਬੇਵਸ ਹੋਇਆ ਮੇਰਾ ਆਉਣਾ ਅਹਿਲ ਸਹੇਲੀਓ ਦੀ ਗਈ ਵਰਤ ਕਜ਼ਾ ਕਹਾਰ ਵਲੂ ਉਹਦਾ ਦਾਵਣਾ ਅਹਿਲ ਸਹੇਲੀਓ ਦੀ ਮੇਰੀ ਮਾਂ ਨੂੰ ਵੈਣ ਨਾ ਕਰ ਦੇਣਾ ਜਿਉ ਲਾਉਣਾ ਅਹਿਲ ਸਹੇਲੀਓ ਦੀ ਦੇਣਾ ਅੱਜ ਤੂੰ ਛੋਪ ਨਖੇੜ ਮੇਰਾ ਚਰਹਾ ਢਾਉਣਾ ਅਹਿਲ ਸਹੇਲੀਓ ਦੀ ਮੇਰਾ ਅੱਜ ਤਹਿਕੀਕ ਵਕੂਫ ਹੋਇਆ ਛੋਪ ਪਾਉਣਾ ਅਹਿਲ ਸਹੇਲੀਓ ਦੀ ਗਰੂ ਘਰੀ ਜਾ ਕੇ ਇੱਕ ਦੂਸਰੀ ਨੂੰ ਸੱਦਾ ਲਿਆਉਣਾ ਅਹਿਲ ਸਹੇਲੀਓ ਦੀ ਉਸੇ ਤੌਰ ਭੰਡਾਰੇ ਦੇ ਵਿੱਚ ਬਹਿ ਕੇ ਰਲ ਗਾਉਣਾ ਅਹਿਲ ਸਹੇਲੀਓ ਦੀ ਮੇਰੀ ਚੋਗ ਜੇ ਅੱਜ ਨਕਠ ਗਈ ਖਾਦਾ ਖਾਵਣਾ ਅਹਿਲ ਸਹੇਲੀਓ ਦੀ ਮੇਰੀ ਜਾਤ ਕਿਸੇ ਪਿਆਰੀ ਦਾ ਪੇੜਾ ਢਾਵਣਾ ਅਹਿਲ ਸਹੇਲੀਓ ਦੀ ਫਜ਼ਲ ਯਾਰ ਨੂੰ ਹਾਲ ਤਬਾਹ ਮੇਰਾ ਫਜ਼ਲ ਯਾਰ ਨੂੰ ਹਾਲਾ ਤਬਾਹ ਮੇਰਾ ਸਮਝਾਉਣਾ ਅਹਿਲ ਸਹੇਲੀਓ ਦੀ ਮਾਂ ਨੂੰ ਯਾਦ ਕਰਦੀ ਸੋਹਣੀ ਵੱਤ ਪੁਕਾਰਦੀ ਮਾਂ ਤਾਈ ਹੁਣ ਆਹਾਂ ਤੂੰ ਮੇਰੇ ਕੋਲ ਮਾਈ ਸੋਹਣੀ ਕੋਝੀਆਂ ਦੀ ਪਰ ਕੋਝੜੀ ਨੂੰ ਕਾਨੂੰ ਕੀਤੋਈ ਇਹ ਆਈ ਏੜ ਕਲੂਲ ਮਾਈ ਸ਼ਾਲਾ ਨੱਚ ਜਰੇਦੀ ਸੋਹਣੀ ਨੂੰ ਅਨਭੋਲ ਮਾਈ ਗੱਲ ਘਟ ਆ ਕੇ ਮੈਨੂੰ ਮਾਰਨਾ ਸੀ ਅੱਕੇ ਦੇਣਾ ਸੀ ਜ਼ਹਿਰ ਘੋਲ ਮਾਈ ਜੋ ਕੁਝ ਮੈਂ ਗਰੀਬ ਦੇ ਨਾਲ ਵਰਤੀ ਹੁਣ ਪੁੱਛਣਾ ਹੀ ਮੈਥੋਂ ਫੋਲ ਮਾਈ ਕਾਲੀ ਚੜੀ ਅੰਧੇਰੀ ਰਾਤ ਮੌਤ ਵਾਲੀ ਮੈਨੂੰ ਦਸ ਨੂੰ ਰਿਹਾ ਨਰੂਲ ਮਾਈ ਧੀ ਪਿਆਰ ਦਲਾਸੜਾ ਮਹਿਰ ਸੇਤੀ ਜਿੱਥੇ ਦੇਖ ਸਾਂਗੀ ਮੇਰੇ ਢੋਲ ਮਾਈ मेरी जान लबाते आन खली मेरी जान लबाते आन खली फजल शाह वांगू ढावा ढोला माई मेरी जान लबाते आन खली फजल शाह वांगू ढावा ढोला माई फजल शाह वांगू ढावा ढोला माई अल्लाह ताला हमें आसानियाँ अता फरमाए और आसानियाँ तकसीम करने का शरफ़ अता फरमाए और अल्लाह ताला हमें बुज़ुर्गान दीन की सिफ़ात को अपनाने और मुज़य्यन करने का शरफ़ अता फरमाए और इल्म अता फरमाए और मकाम और शान और रुतबा अता फरमाए नूर वाले